ਪ੍ਰਤਪਾਲੈ ਨਿਤ ਸਾਰ ਸੰਭਾਲੈ। ਪ੍ਰਤਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਹਰਿ ਅਰਾਧ ਨ ਜਾਨਾ ਰੇ। ਹਰ ਹਰ ਗੁਰ ਗੁਰ ਕਰਤਾ ਰੇ। ਹਰਿ ਜੀਉ ਨਾਮ ਪਰਿਉ ਰਾਮਦਾਸ। ਹਰਿ ਅਰਾਧ ਨ ਜਾਨਾ ਰੇ। ਹਰ ਹਰ ਗੁਰ ਗੁਰ ਕਰਤਾ ਰੇ। ਹਰਿ ਜੀਉ ਨਾਮ ਪਰਿਉ ਰਾਮਦਾਸ। ਗਹੀ ਬਹੋੜ ਬੰਦੀ ਛੋੜ। ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ। ਲੋਭੀ ਮਾਇਆ ਧਾਰੀ। ਨਾਮ ਪਰਿਉ ਭਗਤ ਗੋਬਿੰਦ ਕਾ। ਏ ਰਾਖੋ ਪੈਜ ਤੁਮਾਰੀ। ਨਾਮ ਪਰਿਉ ਭਗਤ ਗੋਬਿੰਦ ਕਾ। ਏ ਰਾਖੋ ਪੈਜ ਤੁਮਾਰੀ। ਹਰਿ ਜੀ ਨਿਮਾਣਿਆ ਤੂੰ ਮਾਣ। ਨ ਚੀਜਿਆ ਚੀਜ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕੋ ਕੁਰਬਾਨ। ਹਰਿ ਜੀ ਨਿਮਾਣਿਆ ਤੂੰ ਮਾਣ। ਨ ਚੀਜਿਆ ਚੀਜ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕੋ ਕੁਰਬਾਨ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਸਾਨੂੰ ਭੁੱਲਿਆ ਭਟਕਿਆ ਕੁਰਾਹੇ ਪਿਆ ਹੋਇਆ
ਕਲਯੁਗੀ ਜੀਵਾਂ ਨੂੰ ਆਪਣੀ ਪਾਵਨ ਗੋਦ ਦੀ ਦਾਤ, ਚਰਨ ਹਜ਼ੂਰੀ ਦੀ ਦਾਤ, ਸਤ ਸੰਗਤ ਦੀ ਦਾਤ ਬਖਸ਼ੀ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਔਰ ਗੁਰਸੰਗਤ ਰੂਪ ਦੀਆਂ ਮਿਲੀਆਂ ਹੋਈਆਂ ਇਹਨਾਂ ਘੜੀਆਂ ਨੂੰ ਅੱਗੇ ਸਫਲ ਬਣਾਉਂਦੇ ਹੋਏ ਗੁਰੂ ਪਿਆਰਿਆਂ ਸਵਾਰਿਆਂ ਗੁਰੂ ਘਰ ਦੇ ਸਤਿਕਾਰ ਸਨਮਾਨਯੋਗ ਕੀਰਤਨੀਆਂ ਪਾਸੋਂ ਇਲਾਹੀ ਪਾਵਨ ਬਾਣੀ ਧੁਰ ਕੀ ਸਾਚੀ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਆਨੰਦ ਸਾਹਿਬ ਬਾਣੀ ਦੇ ਕੀਰਤਨ ਰੂਪ 'ਚ ਉਹਨਾਂ ਬਚਨਾਂ ਦੀ ਆਪ ਜੀ ਦੇ ਨਾਲ ਭਾਈ ਸਾਹਿਬ ਨੇ ਸਾਂਝ ਪਾਈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਇਹ ਜਿਹੜੇ ਬਚਨ ਨੇ ਇੱਕ ਅਤਿਅੰਤ ਗਹਿਰੇ ਭਰੋਸੇ 'ਚੋਂ ਨਿਕਲੇ ਹੋਏ ਬਚਨ ਹਨ, ਬੜੇ ਭਰੋਸੇ 'ਚੋਂ, ਕਿ ਸੱਚੇ ਮਾਲਕ ਜੀ ਕਿਹੜੀ ਐਸੀ ਦਾਤ ਹੈ ਜਿਹੜੀ ਤੁਹਾਡੇ ਘਰ ਨਾ ਹੋਵੇ। ਹਾਂ, ਦੁਨੀਆ ਦੇ ਦਰਵਾਜ਼ਿਆਂ ਤੋਂ ਮੈਂ ਨਿਰਾਸ਼ ਹੋ ਕੇ ਪਰਤ ਸਕਦਾ ਹਾਂ, ਕਿਉਂਕਿ ਹਰ ਚੀਜ਼ ਹਰ ਬੰਦੇ ਦੇ ਕੋਲੋਂ ਮਿਲ ਨਹੀਂ ਸਕਦੀ ਹੈ। ਮਨੁੱਖ ਦੀ ਸਮਰੱਥਾ ਤਾਕਤ ਸੀਮਤ ਹੈ, ਪਰ ਤੁਹਾਡੀ ਕੋਈ ਸੀਮਾ ਨਹੀਂ ਹੈ। ਤੁਸੀਂ ਅਸੀਮ ਹੋ, ਅਸੀਮ। ਤੁਹਾਡੇ ਘਰ ਦੀਆਂ ਦਾਤਾਂ ਵਡਿਆਈਆਂ ਦੀ ਕੋਈ ਸੀਮਾ ਨਹੀਂ ਹੈ। ਤੁਹਾਡੇ ਘਰ ਤੋਂ ਸਾਨੂੰ ਨਿਰਾਸ਼ ਹੋ ਕੇ ਨਹੀਂ ਮੁੜਨਾ ਪੈਂਦਾ, ਕਿਉਂਕਿ ਤੁਹਾਡੇ ਘਰ ਵਿਖੇ ਤੇ ਸਾਰੀਆਂ ਹੀ ਦਾਤਾਂ ਨੇ। ਹਾਂ, ਇੱਕ ਗੱਲ ਜ਼ਰੂਰ ਹੈ, ਦੁਨਿਆਵੀ ਤੌਰ ਤੇ ਕਿਸੇ ਦੇ ਘਰ ਅਸੀਂ ਜਾਈਏ, ਹੋ ਸਕਦਾ ਹੈ ਅਸੀਂ ਘਰ ਵਾਲੇ ਨੂੰ, ਮਾਲਕ ਨੂੰ ਪਤਾ ਵੀ ਨਾ ਲੱਗਣ ਦਈਏ ਤੇ ਕੋਈ ਚੀਜ਼ ਉਹਦੇ ਘਰ ਤੋਂ ਲੈ ਆਈਏ, ਪਰ ਤੁਹਾਡੇ ਘਰ ਇੱਦਾਂ ਨਹੀਂ ਹੈ। ਤੁਹਾਡੇ ਘਰ ਦਾਤਾਂ ਸਾਰੀਆਂ ਨੇ, ਮਿਲਦੀਆਂ ਉਹਨੂੰ ਨੇ ਜਿਹਨੂੰ ਤੁਸੀਂ ਆਪ ਤਰੁੱਠ ਕੇ ਬਖਸ਼ਦੇ ਹੋ। ਨਾ ਤੁਹਾਡੇ ਦਰ ਦੀਆਂ ਦਾਤਾਂ ਨੂੰ ਚੁਰਾਇਆ ਜਾ ਸਕਦਾ ਹੈ, ਨਾ ਤੁਹਾਡੇ ਘਰ ਦਰ ਦੀਆਂ ਦਾਤਾਂ ਨੂੰ ਖੋਇਆ ਤੇ ਲੁੱਟਿਆ ਜਾ ਸਕਦਾ ਹੈ। ਉਹ ਦਾਤਾਂ ਮਿਲਦੀਆਂ ਉਹਨੂੰ ਨੇ ਜਿਹਨੂੰ ਤੁਸੀਂ ਤਰੁੱਠ ਕੇ ਬਖਸ਼ਦੇ ਹੋ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਤੇ ਦਾਤਾਂ ਚੋਂ ਸਭ ਤੋਂ ਉੱਤਮ ਦਾਤ ਹੈ ਉਹਦੇ ਸਿਮਰਨ ਦੀ ਦਾਤ, ਉਹਦੀ ਇਬਾਦਤ ਦੀ ਦਾਤ, ਉਹਦੀ ਬੰਦਗੀ ਦੀ ਦਾਤ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਤੇ ਜਿਹਦੇ ਤੇ ਮਾਲਕ ਬਹੁਤ ਤਰੁੱਠਦਾ ਹੈ, ਬਹੁਤ ਤਰੁੱਠ ਗਿਆ, ਉਹਨੂੰ ਫਿਰ ਮਾਲਕ ਆਪਣੇ ਘਰ ਦੀ ਸਭ ਤੋਂ ਅਮੋਲਕ ਕੀਮਤੀ ਸਿਮਰਨ ਦੀ ਦਾਤ ਬਖਸ਼ ਦਿੰਦਾ ਹੈ। ਉਹ ਜੀਵ ਦੇ ਮਨ 'ਚ ਵਾਹਿਗੁਰੂ ਦੇ ਸਿਮਰਨ, ਇਬਾਦਤ, ਨਾਮ ਬਾਣੀ ਦੀ ਦਾਤ ਵਰਤ ਜਾਂਦੀ ਹੈ। ਔਰ ਫਿਰ ਮਹਾਰਾਜ ਕਹਿੰਦੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਉਹ ਵਾਜਾ ਸ਼ਬਦ ਕਨੇਰੇ ਦਾ ਭਾਵ ਹੈ ਕਿ ਉਹਦੇ ਅੰਦਰ ਇੱਦਾਂ ਦੀ ਅਵਸਥਾ ਉਹਦੇ ਅੰਦਰ ਦੀ ਬਣਦੀ, ਉਹਨੂੰ ਕਿੱਦਾਂ ਅਸੀਂ ਬਿਆਨ ਕਰੀਏ। ਐਨ ਸੁੱਖ ਆਨੰਦ, ਅੰਦਰ ਰੌਣਕ ਹੀ ਰੌਣਕ ਲੱਗੀ ਰਹਿਣੀ। ਹੁਣ ਸਾਡੇ ਘਰਾਂ 'ਚ ਵੇਖੋ, ਕਦੋਂ ਨਾਚ ਗਾਣੇ ਲੱਗਦੇ ਨੇ, ਸਾਜ਼ ਕਦੋਂ ਵੱਜਦੇ ਨੇ, ਜਦੋਂ ਐਨ ਬੜਾ ਖੁਸ਼ੀ ਵਾਲਾ ਮਾਹੌਲ ਹੋਵੇ। ਕੋਈ ਬੱਚੇ ਦਾ ਵਿਆਹ ਹੈ, ਕੋਈ ਬੱਚੇ ਦਾ ਜਨਮ ਹੋਇਆ, ਜਾਂ ਕੋਈ ਹੋਰ ਵੱਡੀ ਸਫਲਤਾ ਮਿਲੀ ਆ, ਘਰ 'ਚ ਬੜੀਆਂ ਰੌਣਕਾਂ ਲੱਗਦੀਆਂ ਨੇ, ਕਿਉਂਕਿ ਖੁਸ਼ੀ ਦਾ ਮਾਹੌਲ ਹੈ ਜੀ, ਖੁਸ਼ੀ ਦਾ ਮੌਕਾ, ਸਾਰਾ ਕੁਝ ਲੋਕ ਕਰਦੇ ਨੇ।
ਮਹਾਰਾਜ ਕਹਿੰਦੇ ਉਹਦੇ ਅੰਦਰ ਹਮੇਸ਼ਾ ਹੀ ਉੱਦਾਂ ਦੇ ਵਾਜੇ ਵੱਜਦੇ ਰਹਿੰਦੇ, ਉੱਦਾਂ ਦਾ ਖੇੜਾ ਹਰ ਵਕਤ ਉਸ ਗੁਰਮੁਖ ਜਨ ਦੇ ਅੰਦਰ ਬਣਿਆ ਰਹਿੰਦਾ ਹੈ, ਜਿਹਨੂੰ ਦਾਤੇ ਨੇ ਤੁਰ ਉੱਠ ਕੇ ਬੰਦਗੀ ਦੀ, ਇਬਾਦਤ ਦੀ, ਨਾਮ ਦੀ, ਸਿਮਰਨ ਦੀ ਦਾਤ ਬਖਸ਼ ਦਿੱਤੀ ਹੈ। ਬਖਸ਼ਦਾ ਹੈ, ਮਿਲਦੀ ਉਹਨੂੰ ਹੈ ਜਿਹਨੂੰ ਦਾਤੇ ਨੇ ਤੁਰ ਉੱਠ ਕੇ ਇਹ ਦਾਤ ਬਖਸ਼ੀ। ਗੁਰੂ ਕਿਰਪਾ ਕਰੇ ਅਸੀਂ ਵੀ ਝੋਲੀ ਅੱਡ ਕੇ ਇਹ ਦਾਤ ਮੰਗੀਏ। ਤੇਰੀ ਪੰਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਾਲਕ ਜੀ ਤੁਰ ਉੱਠ ਕੇ ਕਿਰਪਾ ਕਰਕੇ ਆਪਣੀ ਇਬਾਦਤ ਬੰਦਗੀ ਦੀ ਦਾਤ ਸਾਡੀ ਝੋਲੀ 'ਚ ਪਾਓ। ਆਓ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ, ਸਲੋਕਾਂ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸਲੋਕਾਂ ਦੀ ਲੜੀਵਾਰ ਵਿਚਾਰ ਦੀ ਲੜੀ ਅਧੀਨ 183 ਸਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇ ਜਿਹੜੇ 5 ਸਲੋਕ ਹਨ, ਇਹ ਸਲੋਕ ਕਬੀਰ ਸਾਹਿਬ ਜੀ ਨੇ ਉਚੇਚੇ ਤੌਰ 'ਤੇ ਮੁੱਲਾਂ ਨੂੰ, ਕਾਜੀ ਨੂੰ, ਸ਼ੇਖ ਨੂੰ ਸੰਬੋਧਨ ਕਰਦੇ ਹੋਏ ਉਚਾਰਨ ਕੀਤੇ ਹਨ। ਭਾਵ ਇਸਲਾਮ ਮਤ ਦੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਪਾਵਨ ਪਵਿੱਤਰ ਬਚਨ ਕਹੇ ਗਏ ਹਨ। ਪਰ ਜਿਹੜੀ ਗੱਲ ਆਪਾਂ ਪਿੱਛੇ ਲਗਾਤਾਰ ਵਿਚਾਰਦੇ ਆ ਰਹੇ ਹਾਂ, ਉਪਦੇਸ਼ ਸਰਬ ਸਾਂਝੇ ਹਨ, ਸਭ ਦੇ ਲਈ ਹਨ, ਸਾਡੇ ਲਈ ਵੀ ਹਨ। ਔਰ ਜੇ ਕੋਈ ਇਸਲਾਮ ਮਤ ਦੇ ਨਾਲ ਸੰਬੰਧਿਤ ਹੈ ਉਹਦੇ ਲਈ ਵੀ ਹੈ, ਕੋਈ ਹਿੰਦੂ ਮਤ ਦੇ ਨਾਲ ਸੰਬੰਧਿਤ ਹੈ ਉਹਦੇ ਲਈ ਵੀ ਹੈ, ਕਿਉਂਕਿ ਬਾਣੀ ਗੁਣਾਂ ਤੇ ਚੰਗਿਆਈਆਂ ਦੀ ਗੱਲ ਕਰਦੀ ਹੈ। ਜੇ ਸੱਚ ਬੋਲਣ ਦਾ ਉਪਦੇਸ਼ ਗੁਰੂ ਦਿੰਦੇ ਨੇ ਤੇ ਇਹ ਨਹੀਂ ਕਿ ਇਕੱਲਾ ਸਿੱਖ ਹੀ ਸੱਚ ਬੋਲੇ, ਜਾਂ ਕਿਸੇ ਮੁਸਲਮਾਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਸੱਚ ਦੇ ਧਾਰਨੀ ਬਣੋ। ਇਹਦਾ ਇਹ ਮਤਲਬ ਨਹੀਂ ਅਸੀਂ ਕਹਿ ਦਈਏ ਜੀ ਇਹ ਤੇ ਮੁਸਲਮਾਨ ਨੂੰ ਕਿਹਾ ਹੈ ਸੱਚ ਬੋਲੋ ਤੇ ਅਸੀਂ ਜੋ ਮਰਜ਼ੀ ਕਰਦੇ ਰਹੀਏ। ਜੇ ਗੁਰੂ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਤੇ ਇਹ ਨਹੀਂ ਕਿ ਜੀ ਇਹ ਤੇ ਹਿੰਦੂ ਤੇ ਮੁਸਲਮਾਨ ਨੂੰ ਕਿਹਾ ਹੈ ਕਿ ਪਰਾਇਆ ਹੱਕ ਖਾਣਾ ਹਿੰਦੂ ਦੇ ਲਈ ਗਾਂ ਤੇ ਮੁਸਲਮਾਨ ਦੇ ਲਈ ਸੂਰ ਬਰਾਬਰ ਹੈ। ਅਸੀਂ ਕਹੀਏ ਜੀ ਸਿੱਖ ਦਾ ਤੇ ਵਿੱਚ ਨਾਮ ਹੀ ਨਹੀਂ ਆਇਆ, ਨਹੀਂ, ਉਹ ਉਪਦੇਸ਼ ਸਰਬ ਸਾਂਝਾ ਹੈ, ਸਾਡੇ ਲਈ ਵੀ ਹੈ ਕਿ ਪਰਾਇਆ ਹੱਕ ਨਹੀਂ ਮਾਰਨਾ, ਨਹੀਂ ਖਾਣਾ। ਸੋ ਇਹ ਵੀ ਸਲੋਕ ਠੀਕ ਹੈ, ਕਬੀਰ ਸਾਹਿਬ ਜੀ ਕਾਜੀ ਦੀ, ਮੁੱਲਾਂ ਦੀ ਗੱਲ ਕਰ ਰਹੇ ਨੇ, ਪਰ ਉਪਦੇਸ਼ ਸਾਡੇ ਸਭ ਦੇ ਲਈ ਸਾਂਝਾ ਹੈ। ਔਰ ਇਹਨਾਂ ਬਚਨਾਂ ਤੋਂ ਅਸੀਂ ਸੇਧ ਲੈਣੀ ਹੈ, ਪ੍ਰੇਰਨਾ ਲੈਣੀ ਹੈ। ਜਿਹੜੀਆਂ ਵਿਚਾਰਾਂ, ਉਪਦੇਸ਼, ਗਿਆਨ ਕਬੀਰ ਸਾਹਿਬ ਸਾਨੂੰ ਧਾਰਨ ਕਰਨ, ਗ੍ਰਹਿਣ ਕਰਨ ਦੇ ਲਈ ਕਹਿ ਰਹੇ ਨੇ, ਇਹਨਾਂ ਦੇ ਰਾਹੀਂ ਉਹਨਾਂ ਨੂੰ ਅਸੀਂ ਆਪਣੇ ਜੀਵਨ ਅੰਦਰ ਜ਼ਰੂਰ ਗ੍ਰਹਿਣ ਕਰਨਾ ਹੈ। 184 ਨੰਬਰ ਸਲੋਕ ਅੰਦਰ ਆਪ ਫਰਮਾਨ ਕਰਦੇ ਨੇ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਜਦੋਂ ਮਸਜਿਦ ਦੇ ਅੰਦਰ ਜਾਂ ਨਮਾਜ਼ ਦਾ ਜਦੋਂ ਵਕਤ ਹੁੰਦਾ ਹੈ, ਤੇ ਹੁਣ ਤਾਂ ਭਾਵੇਂ ਸਾਊਂਡ ਸਿਸਟਮ ਆ ਚੁੱਕੇ ਹਨ, ਮੁੱਲਾਂ ਨੂੰ ਕੋਈ ਉੱਪਰ ਚੜ੍ਹ ਕੇ ਉੱਚੀ ਆਵਾਜ਼ ਨਹੀਂ ਦੇਣੀ ਪੈਂਦੀ, ਉਹ ਥੱਲਿਓਂ ਹੀ ਆਵਾਜ਼ ਦਿੰਦਾ ਹੈ ਮਾਈਕ ਦੇ ਸਾਹਮਣੇ ਖਲੋ ਕੇ। ਤੇ ਉੱਪਰ ਲੱਗੇ ਹੋਏ ਉਹ ਜਿਹੜੇ ਸਪੀਕਰ ਹਨ, ਉਹ ਉਹਨਾਂ ਦੀ ਆਵਾਜ਼ ਦੂਰ ਤੱਕ ਫੈਲ ਜਾਂਦੀ ਹੈ। ਪਹਿਲਿਆਂ ਸਮਿਆਂ ਦੇ ਵਿੱਚ ਉਹ ਮੁੱਲਾਂ ਨੂੰ, ਕਾਜੀ ਨੂੰ ਉੱਪਰ ਚੜ੍ਹ ਕੇ ਮਸਜਿਦ ਤੋਂ ਆਵਾਜ਼ ਦੇਣੀ ਪੈਂਦੀ ਸੀ, ਉੱਚੀ ਆਵਾਜ਼ ਦੇ ਨਾਲ ਅੱਲਾਹੂ ਅਕਬਰ, ਅੱਲਾਹੂ ਅਕਬਰ ਜਿਹੜੇ ਉਹਨਾਂ ਦੇ ਬੋਲ ਹਨ, ਉਹ ਆਵਾਜ਼ ਦਿੰਦਾ ਸੀ। ਫਿਰ ਦੂਰ ਦੂਰ ਤੱਕ ਉਹ ਜਿਹੜੇ ਮੁਸਲਮਾਨ ਸਨ ਉਹਨਾਂ ਤੱਕ ਆਵਾਜ਼ ਪਹੁੰਚ ਜਾਂਦੀ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਨਮਾਜ਼ ਦਾ ਵਕਤ ਹੋ ਗਿਆ ਹੈ। ਕੁਝ ਮਸਜਿਦ ਦੇ ਅੰਦਰ ਆ ਕੇ ਪੜ੍ਹਦੇ, ਕੁਝ ਜਿੱਥੇ ਜਿੱਥੇ ਆਪਣੇ ਕਾਰੋਬਾਰਾਂ 'ਚ ਲੱਗੇ ਨੇ, ਉਹ ਆਪਣੇ ਧਰਮ ਮੁਤਾਬਕ ਫਿਰ ਉਹ ਜਿਹੜੇ ਨਮਾਜ਼ੀਏ ਹਨ ਉਹ ਨਮਾਜ਼ ਅਦਾ ਕਰਦੇ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਜਿਹੜੀ ਗੱਲ ਸਮਝਾ ਰਹੇ ਹਨ, ਉਹ ਕਹਿੰਦੇ ਠੀਕ ਹੈ, ਬਾਹਰੋਂ ਤਾਂ ਉੱਚੀ ਆਵਾਜ਼ ਦਿੱਤੀ ਗਈ, ਸੁਣਿਆ ਗਿਆ, ਸੁਣਾਇਆ ਗਿਆ, ਪਰ ਇੱਕ ਆਵਾਜ਼ ਅੰਦਰ ਤੋਂ ਵੀ ਉੱਠਦੀ ਪਈ ਹੈ, ਉਸ ਆਵਾਜ਼ ਨੂੰ ਵੀ ਸੁਣਨਾ ਬਹੁਤ ਜ਼ਰੂਰੀ ਹੈ। ਜਿਹਨੇ ਉਹ ਅੰਦਰ ਦੀ ਆਵਾਜ਼ ਨੂੰ ਨਹੀਂ ਸੁਣਿਆ, ਉਹ ਬਾਹਰ ਜਿੰਨਾ ਮਰਜ਼ੀ ਉੱਚਾ ਚੜ ਚੜ ਕੇ ਹੋਕਾ ਦਿੰਦਾ ਰਹੇ, ਉਹਦਾ ਕੋਈ ਲਾਭ ਨਹੀਂ। ਇੱਕ ਪੱਖ ਬਾਣੀ ਅੰਦਰ ਮਹਾਰਾਜ ਨੇ ਇਹ ਵੀ ਕਿਹਾ ਹੈ, ਜਿਵੇਂ ਕਬੀਰ ਸਾਹਿਬ ਵੀ ਇੱਥੇ ਰੱਬ ਦੀ, ਖੁਦਾ ਦੀ ਗੱਲ ਕਰਕੇ ਕਹਿ ਰਹੇ ਨੇ ਕਿ ਉਹ ਖੁਦਾ ਕੋਈ ਬਹਿਰਾ ਨਹੀਂ ਹੈ ਕਿ ਉਹਨੂੰ ਅਸੀਂ ਕਹੀਏ ਬੜੀ ਉੱਚੀ ਆਵਾਜ਼ ਦੇ ਵਿੱਚ ਬੋਲਾਂਗੇ ਤੇ ਫਿਰ ਰੱਬ ਤੱਕ ਪਹੁੰਚਣਾ ਹੈ। ਮਹਾਰਾਜ ਬਾਣੀ 'ਚ ਵੀ ਸਾਨੂੰ ਬਹੁਤ ਥਾਵਾਂ 'ਤੇ ਸਮਝਾਉਂਦੇ ਨੇ। ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਵੇਖੀਏ ਤੇ ਜਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਵੇਖੀਏ, ਅੱਜ ਤੋਂ ਕਰੀਬਨ 150 ਵਰ੍ਹੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਸਿੱਖ ਰਾਜ ਦੇ ਪਤਨ ਤੋਂ ਬਾਅਦ ਕਈ ਤਰ੍ਹਾਂ ਦੇ ਹਾਲਾਤ ਉਦੋਂ ਬਣੇ, ਕਈ ਲਹਿਰਾਂ ਚੱਲੀਆਂ ਤੇ ਇੱਕ ਉਦੋਂ ਇੱਕ ਇੱਦਾਂ ਦਾ ਗਰੁੱਪ ਵੀ ਪੈਦਾ ਹੋ ਗਿਆ ਜਿਹੜੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਸਨ, ਪਰ ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਬੋਲਣਾ, ਬੜੀ ਉੱਚੀ ਉੱਚੀ ਆਵਾਜ਼ 'ਚ, ਜੋ ਆਮ ਲੋਕ ਉੱਦਾਂ ਨਹੀਂ ਕਰਦੇ ਸਨ। ਪਰ ਉਹ ਬਸ ਇੱਕ ਖਾਸ ਗਰੁੱਪ ਦੇ ਨਾਲ ਜੁੜੇ ਹੋਏ ਲੋਕ, ਉਹ ਉਸ ਤਰੀਕੇ ਦੇ ਨਾਲ ਉਹਨਾਂ ਨੇ ਸਿਮਰਨ ਦੀ ਜੀ ਇੱਕ ਨਵੀਂ ਵਿਧੀ ਚਲਾ ਦਿੱਤੀ ਜੀ, ਇੱਦਾਂ ਸਿਮਰਨ ਕਰਨਾ ਚਾਹੀਦਾ ਹੈ। ਉਹਨੂੰ ਫਿਰ ਆਮ ਲੋਕਾਂ ਨੇ ਨਾਮ ਦਿੱਤਾ ਸੀ ਕੂਕੇ, ਉੱਚੀ ਉੱਚੀ ਕੂਕਣ ਵਾਲੇ। ਕੂਕੇ ਹੁਣ ਵੀ ਆਪਾਂ ਉਹ ਲਫ਼ਜ਼ ਪ੍ਰਚਲਿਤ ਹੈ ਜਾਂ ਉਹ ਜਥੇਬੰਦੀ ਹੁਣ ਵੀ ਚੱਲ ਰਹੀ, ਉੱਚੀ ਉੱਚੀ ਕੂਕਣ ਵਾਲੇ। ਹਾਲਾਂਕਿ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸਿਧਾਂਤਕ ਵਿਚਾਰ, ਗਹਿਰ ਵਿਚਾਰ ਨੂੰ ਵੇਖਦੇ ਹਾਂ ਤੇ ਬਹੁਤ ਥਾਵਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਸਮਝਾਈ। ਇੱਕ ਜਗ੍ਹਾ ਸਤਿਗੁਰੂ ਜੀ ਦਾ ਬਹੁਤ ਪਿਆਰਾ ਬਚਨ ਹੈ, ਕਹਿੰਦੇ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਜਿਵੇਂ ਦੁੱਧ ਭਾਂਡੇ ਨੂੰ, ਦਹੀਂ ਦੇ ਵਿੱਚ ਭਾਂਡੇ 'ਚ ਦਹੀਂ ਨੂੰ ਪਾ ਕੇ, ਮਧਾਣੀ ਪਾ ਕੇ ਰਿੜਕਿਆ ਜਾਂਦਾ ਹੈ ਤੇ ਬੀਬੀਆਂ ਭੈਣਾਂ ਜਾਣਦੀਆਂ ਨੇ। ਹੁਣ ਤਾਂ ਭਾਵੇਂ ਇਲੈਕਟ੍ਰੋਨਿਕ ਮਸ਼ੀਨਾਂ ਦੇ ਰੂਪ ਦੇ ਵਿੱਚ ਉਹ ਮਧਾਣੀਆਂ ਆ ਚੁੱਕੀਆਂ ਨੇ, ਪਰ ਪਹਿਲਾਂ ਉਹ ਬੀਬੀਆਂ ਭੈਣਾਂ ਮਧਾਣੀ ਰਿੜਕਿਆ ਕਰਦੀਆਂ ਸਨ ਤੇ ਬੜੇ ਸਹਿਜ ਦੇ ਨਾਲ ਰਿੜਕਣਾ ਪੈਂਦਾ ਸੀ, ਕਿਉਂਕਿ 2-3 ਚੀਜ਼ਾਂ ਦਾ ਧਿਆਨ, ਕਿਉਂਕਿ ਭਾਂਡੇ ਵੀ ਮਿੱਟੀ ਦੇ ਹੁੰਦੇ ਸਨ ਜਿਨ੍ਹਾਂ 'ਚ ਮਧਾਣੀ ਪਾ ਕੇ ਰਿੜਕੀ ਜਾਂਦੀ ਸੀ ਤੇ ਫਿਰ ਉਹਨਾਂ ਦਾ ਉੱਪਰੋਂ ਮੂੰਹ ਵੀ ਕਾਫੀ ਵੱਡਾ ਖੁੱਲ੍ਹਾ। ਜੇ ਉਹ ਤੇਜ਼ ਰਿੜਕਿਆ ਜਾਂਦਾ ਸੀ ਜਾਂ ਤਾਂ ਭਾਂਡਾ ਟੁੱਟਣ ਦਾ ਖਤਰਾ ਤੇ ਜਾਂ ਫਿਰ ਉਹ ਵਿੱਚੋਂ ਜਿਹੜਾ ਮੱਖਣ ਤਾਂ ਹੋਰ ਤੱਤ ਹੈ ਉਹ ਬਾਹਰ ਨਿਕਲ ਕੇ ਉਛਲ ਕੇ ਬਾਹਰ ਡਿੱਗ ਜਾਂਦਾ ਸੀ। ਇਸ ਕਰਕੇ ਉਹ ਬੜੇ ਸਹਿਜ ਦੇ ਨਾਲ, ਬੜੇ ਧਿਆਨ ਦੇ ਨਾਲ ਉਹ ਦਹੀਂ ਨੂੰ, ਦੁੱਧ ਨੂੰ ਰਿੜਕਿਆ ਜਾਂਦਾ ਸੀ। ਮਹਾਰਾਜ ਨੇ ਉਸ ਚੀਜ਼ ਦੀ ਉਦਾਹਰਣ ਦਿੱਤੀ। ਮਹਾਰਾਜ ਕਹਿੰਦੇ ਜਿਵੇਂ ਉਹ ਸਵਾਣੀ, ਉਹ ਬੀਬੀਆਂ ਭੈਣਾਂ ਬੜੇ ਧਿਆਨ ਦੇ ਨਾਲ ਦਹੀਂ ਰਿੜਕਦੀਆਂ ਨੇ ਮੱਖਣ ਹਾਸਲ ਕਰਨ ਦੇ ਲਈ, ਜੋ ਕਾਹਲੀ ਕਰਨ, ਜੇ ਉਹ ਬੇਤਰਤੀਬਾ ਬੇਢੰਗਾ ਕੰਮ ਕਰਨ ਤੇ ਫਿਰ ਕਈ ਵਾਰ ਐਵੇਂ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੋ ਜਾਂਦੀ ਹੈ, ਮੱਖਣ ਨਿਕਲਦਾ ਹੀ ਨਹੀਂ ਤੇ ਜਾਂ ਕੁਝ ਚੀਜ਼ਾਂ ਬਾਹਰ ਡੁੱਲ ਜਾਂਦੀਆਂ, ਭਾਂਡਾ ਟੁੱਟ ਗਿਆ, ਕੁਝ ਹੋਰ ਹੋ ਗਿਆ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਮਾਲਕ ਦਾ ਸਿਮਰਨ ਤੇ ਕਰਨਾ ਹੈ, ਪਰ ਤੇਰਾ ਸਿਮਰਨ ਐਵੇਂ ਬੇਅਰਥ ਜਿਹੀ ਚੀਜ਼ ਨਾ ਬਣੇ। ਕਈ ਵਾਰ ਅੱਜ ਵੀ ਆਪਾਂ ਵੇਂਦੇ ਇੱਦਾਂ ਕੂਕਾਂ ਮਾਰਦੇ ਨੇ, ਪਤਾ ਹੀ ਨਹੀਂ ਲੱਗਦਾ ਵਾਹਿਗੁਰੂ ਦੇ ਵਿੱਚ ਬੋਲਿਆ ਹੀ ਨਹੀਂ ਜਾਂਦਾ, ਹੋਰ ਹੀ ਕੀ ਬੋਲੀ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਤੇ ਦੂਜਾ ਸੁਣਨ ਵਾਲਾ ਵੀ ਬਾਹਰ ਕਈ ਵਾਰ ਹੈਰਾਨ ਹੁੰਦੇ ਜੀ ਅੰਦਰ ਕੀ ਹੋ ਰਿਹਾ ਹੈ, ਅੰਦਰ ਕੀ ਹੋ ਰਿਹਾ, ਕਿਉਂਕਿ ਬਾਹਰ ਵਾਲੇ ਨੂੰ ਪਤਾ ਹੀ ਨਹੀਂ ਲੱਗ ਰਿਹਾ, ਸ਼ਬਦ ਸਪਸ਼ਟ ਬੋਲਿਆ ਨਹੀਂ ਜਾ ਰਿਹਾ। ਮਹਾਰਾਜ ਕਹਿੰਦੇ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਸਹਿਜ ਦੇ ਨਾਲ ਉਹਨੂੰ ਜਪਣਾ ਹੈ, ਧਿਆਉਣਾ ਹੈ, ਤਾਂ ਕਿ ਨਾਲ ਦੀ ਨਾਲ ਤਤ ਦੀ ਜਿਹੜੀ ਵਿਚਾਰ ਹੈ ਉਹਦੀ ਵੀ ਸਾਨੂੰ ਸਮਝ ਪੈਂਦੀ ਰਹੇ। ਕਬੀਰ ਸਾਹਿਬ ਕਹਿੰਦੇ ਤੂੰ ਉੱਚਾ ਉੱਚਾ ਚੜ੍ਹ ਕੇ ਕੂਕਾਂ ਬੜੀਆਂ ਮਾਰਦਾ ਪਿਆ ਹੈ, ਪਰ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਤੇ ਤੂੰ ਸਮਝ ਨਹੀਂ ਰਿਹਾ ਹੈ। ਜਦ ਤੂੰ ਦੂਜਿਆਂ ਨੂੰ ਸੱਦ ਕੇ ਸੁਣਾਉਂਦਾ ਪਿਆ ਹੈ, ਆਪ ਅੰਦਰੋਂ ਆਵਾਜ਼ ਹੀ ਕੋਈ ਨਹੀਂ ਸੁਣ ਰਿਹਾ ਹੈ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਕਹਿੰਦੇ ਪਹਿਲੀ ਗੱਲ ਤੇ ਮੁੱਲਾ ਜੀ, ਕਾਜੀ ਜੀ ਇਹ ਗੱਲ ਸਮਝ ਲਵੋ
कि जे तुसी ये कहो कि मैं उच्ची उच्ची बोल के ते खुदा नूं सुणाउंदा पिया हां ते खुदा कोई बहरा नहीं है। बहरा मतलब जिन्हों उच्चा सुनता है, बोला। खुदा कोई बहरा नहीं है। बोला मतलब हुंदा है जिन्हों बिल्कुल ही ना सुनता होवे। बहरे का मतलब हुंदा है जिन्हों सुनता तो है पर बड़ी उच्ची बोलना पैंदा है फिर सुनता है, बड़ी उच्ची बोलना पैंदा है। महाराज कहते खुदा कोई बहरा नहीं है कि उन्होंने सुनाउण दे लई उच्ची बोलना पवे। वो परमात्मा ते अंदर दियां सुनन वाला है। कहते जां कारण तू बांग दे दिल ही भीतर जोए, ओनू अंदर वेख जिहदी खातर तू उच्चा चढ़ चढ़ के बांगा देदा पिया, आवाज़ां मारदा पिया है, वो खुदा पहला ये समझ के है कित्थे है। ते जदों तू इस चीज़ नूं समझण ते तुरेगा फिर पता लगेगा खुदा किधरे बाहर नहीं है, खुदा ते मेरे अंदर बैठा, परमात्मा ते मेरे अंदर बैठा। हुण ये उपदेश गुरु हिंदू नूं भी देंदे ने, सिख नूं भी देंदे ने, मुसलमान नूं, हर एक दे लई के बंदे खोज दिल हर रोज ना फिर परेशानी माही। अपने आप नूं खोज, अपने अंदर नूं वेख। जिस दिन तू अपने आप नूं अंदर नूं वेखेगा उस दिन तेरियां बाहर दीयां परेशानियां भी खत्म हो जाणगियां। पर नहीं बंदा वेंदा अंदर। महाराज कबीर साहब कहंदे खुदा कोई बहरा नहीं है, उन्होंने उच्ची सुनाउणा पवे। बाहरों उच्ची उच्ची आवाज़ां मार के ते खुदा खुदा करते रहो ते अंदर जो मर्जी करते रहो, इदा नहीं। मालक नूं अंदर वेख ते अपने कर्म जदों तू कमावें ते उदों इस चीज़ नूं फील कर, महसूस कर कि मालक खुदा मेरे नाल है ते मेरे कर्मां नूं वेंदा पिया है। अगले श्लोक च आप फरमान करदे सेख सबूरी बाहरा क्या हज काबे जाए। महाराज कहंदे हे शेख, हे मुल्ला, जे तेरे अंदर सबर नहीं है, संतोख नहीं है, भरोसा नहीं है, विश्वास नहीं है खुदा दे प्रति, ते तू हज करन दे लई काबे भी चलिया जावे ना ते कोई बहुता फर्क नहीं पैना, उहदा लाभ कोई नहीं। जे खुदा ते भरोसा विश्वास नहीं है और जे तेरे जीवन अंदर सबर नहीं है, संतोख नहीं है, फिर तेरा बाहर दा कीता होया धर्म दा उद्यम भी सकारत नहीं है। गुरु महाराज सच्चे पातशाह जी ने जिमें हिंदू की गल करते हुए ये कहा कि सच्चा जनेऊ केड़ा धारण करना है, दया कपाह संतोख सूत जत गंढी सत वट। जिमें महाराज सच्चे पातशाह जी ने जोगी नूं उपदेश देंदियां ये गल कही कि मुंदा संतोख शर्म पझोली ध्यान की करै विभूत खिंथा काल कुवारी काया जुगत डंडा प्रतीत आई पंथी सगल जमाती मन जीतै जग जीत। इसे तरह महाराज सच्चे पातशाह जी मुसलमान नूं संबोधन करदियां होया कहंदे ने कि जिहड़ियां तू 5 वक्त 5 नमाज़ां पढ़दा है, 5 वक्त दियां जिहड़ियां तेरियां 5 नमाज़ां ने ना, ठीक है तू बाहरों ते नमाज़ां पढ़दा है पर तेरा जीवन कित्थे खलोता, जीवन अंदर किन्ने क गुण हन। जदों उस चीज़ नूं विचारन जाइए ते तेरे जीवन अंदर गुण नहीं हैं। तू हज काबे जाता है पर ना खुदा ते भरोसा ना जीवन च गुण। तू वक्त सिर 5 नमाज़ां पढ़ता है पर जीवन अंदर कोई किसी तरह की तब्दीली नहीं है। बस वो कुछ बाहरों शब्दों का वार वार जाप कर लिया जाता है, जीवन उत्थे दा उत्थे खलोता। उत्थे महाराज सच्चे पातशाह जी ने सेध दी, कहण लगे 5 नमाज़ां वक्त 5 पंजा पंजे 9। कहंदे जिहड़ियां 5 नमाज़ां 5 वक्तां च तू पढ़दा है। इस्लाम अंदर मुसलमान धर्म अंदर 5 वक्त हैं ते 5 वक्तां दीयां 5 नमाज़ां पढ़नियां उन्हां दा नेम है। महाराज सच्चे पातशाह कहंदे तू वो नमाज़ां नूं जिवें हिंदू नूं कहा ना तू जनेऊ ठीक है पर गुण जीवन अंदर धारण कर। उत्थे इसे तरह मुसलमान नूं भी सतगुरु ने उपदेश देंदियां कहा कि ये गुणा रूपी नमाज़ां नूं जीवन अंदर धारण कर लै, तू सच्चा मुसलमान बनेगा। ते जे गुण कोई नहीं है तो बाहरों ते जिन्ना मर्जी तू विखावा धर्म का करदा रहे, फिर असली धर्मी तू नहीं। महाराज कहंदे 5 नमाज़ां वक्त 5 पंजा पंजे 9, पहला सच हलाल दोए तीजा खैर खुदाए।
ਪਹਿਲੀ ਨਮਾਜ਼ ਬਣਾ ਸੱਚ ਦੀ ਨਮਾਜ਼, ਭਾਵ ਪਹਿਲੇ ਨੰਬਰ ਤੇ ਸੱਚ ਆਪਣੇ ਜੀਵਨ ਅੰਦਰ ਧਾਰਨ ਕਰ, ਤੇਰਾ ਜੀਵਨ ਐਨ ਸੱਚ ਭਰਪੂਰ ਹੋਵੇ। ਕਿਉਂਕਿ ਉਹ ਸਮਾਂ ਐਸਾ ਸੀ ਜਦੋਂ ਕਾਜ਼ੀਆਂ ਦਾ ਜਿਹੜਾ ਕਹਿਣਾ ਹੈ ਸ਼ਾਹੀ ਦਰਬਾਰਾਂ ਦੇ ਅੰਦਰ ਮੰਨਿਆ ਜਾਂਦਾ ਸੀ, ਬਲਕਿ ਈਵਨ ਕਾਜੀ ਇੱਕ ਜੱਜ ਦੇ ਰੂਪ ਦੇ ਵਿੱਚ ਕੰਮ ਕਰਦਾ ਸੀ। ਕੋਈ ਫੈਸਲਾ ਲੈਣਾ ਸੁਣਾਉਣਾ ਹੁੰਦਾ ਸੀ ਤੇ ਉਹ ਕਾਜੀ ਦੇ ਰਾਹੀਂ ਫੈਸਲਾ ਸੁਣਾਇਆ ਜਾਂਦਾ ਸੀ। ਜਿਵੇਂ ਆਪਾਂ ਸਾਹਿਬਜ਼ਾਦਿਆਂ ਦਾ ਵੀ ਪੜ੍ਹਦੇ ਇਤਿਹਾਸ ਅੰਦਰ, ਜਾਂ ਹੋਰ ਵੀ ਸ਼ਹੀਦਾਂ ਦੇ ਸ਼ਹੀਦੀਆਂ ਸਮੇਂ ਦੀ ਗੱਲ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵਕਤ ਦਿੱਲੀ ਦੇ ਚਾਂਦਨੀ ਚੌਕ ਹਨ ਤੇ ਉੱਥੇ ਵੀ ਕਾਜੀ ਖਲੋਤਾ ਹੈ, ਕਾਜੀ ਅਬਦੁਲ ਵਾਹਬ ਵੋਰਾ। ਅਖੀਰ ਤੇ ਜਿਹੜਾ ਫਰਮਾਨ ਹੈ ਉਹ ਜਾਰੀ ਕਰਦਾ ਹੈ ਕਿ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਸ਼ਹੀਦ ਕਰੋ, ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰੋ ਕਾਜੀ ਦੇ ਰਾਹੀਂ। ਤੇ ਮਹਾਰਾਜ ਬਾਣੀ 'ਚ ਵੀ ਕਹਿੰਦੇ ਹਨ ਕਿ ਕਾਦੀ ਕੂੜ ਬੋਲ ਮਲ ਖਾਏ। ਇਹਨਾਂ ਦੀ ਹਾਲਤ ਇਹ ਹੋ ਚੁੱਕੀ ਸੀ ਕਿ ਵੱਡੀ ਲੈ ਕੇ ਹੱਕ ਗਵਾਏ, ਇਨਸਾਫ ਨਹੀਂ ਕਰਦੇ ਸਨ, ਬੇਇਨਸਾਫੀ ਕਰਦੇ ਸਨ, ਸੱਚ ਨਹੀਂ ਬੋਲਦੇ ਸਨ, ਝੂਠ ਬੋਲਦੇ ਸਨ। ਤੇ ਸ਼ਰ੍ਹਾ ਦੇ ਜਿਹੜੇ ਵੱਖਰੀਆਂ ਵੱਖਰੀਆਂ ਕਲਮਾਂ ਹਨ ਉਹਨਾਂ ਦੇ ਅਰਥ ਵੀ ਜਿਵੇਂ ਪੰਡਤ ਲੋਕ ਆਪਣੇ ਮੰਤਰਾਂ ਦੇ ਅਰਥ ਆਪਣੀ ਮਰਜ਼ੀ ਦੇ ਨਾਲ ਕਰੀ ਜਾਂਦੇ ਸਨ, ਜਿੱਥੇ ਜਿਸ ਤਰੀਕੇ ਦਾ ਮੌਕਾ ਸਮਾਂ ਹਾਲਾਤ ਵੇਖਿਆ ਉੱਦਾਂ ਦੇ ਅਰਥ ਕਰ ਦਿੱਤੇ। ਇਸੇ ਤਰ੍ਹਾਂ ਇਹ ਵੀ ਉਹ ਮੌਕਾ ਵੇਂਦੇ ਸਨ ਤੇ ਜਾਂ ਜਿੱਧਰੋਂ ਰਿਸ਼ਵਤ ਲਈ ਹੁੰਦੀ ਸੀ, ਮਾਲ ਮਿਲਿਆ ਹੁੰਦਾ ਸੀ, ਉਹਦੇ ਹੱਕ ਦੇ ਵਿੱਚ ਫੈਸਲਾ ਸੁਣਾਉਣ ਦੇ ਲਈ ਝੂਠ ਨੂੰ ਸੱਚ, ਸੱਚ ਨੂੰ ਝੂਠ ਬਣਾ ਦੇਣਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਮੁਸਲਮਾਨ ਬਣ। ਤੇ ਸੱਚਾ ਮੁਸਲਮਾਨ ਬਣਨ ਦੇ ਲਈ ਸਭ ਤੋਂ ਪਹਿਲੇ ਨੰਬਰ ਤੇ ਤੇਰੇ ਜੀਵਨ ਅੰਦਰ ਸੱਚਾਈ ਹੋਵੇ, ਸੱਚ ਹੋਵੇ। ਤੂੰ ਸਭ ਤੋਂ ਸਵੇਰੇ ਤੜਕੇ ਉੱਠ ਕੇ ਜਿਹੜੀ ਨਮਾਜ਼ ਅਦਾ ਕਰਦਾ ਹੈ ਉਹ ਸੱਚ ਦੀ ਨਮਾਜ਼ ਬਣਾ। ਪਹਿਲਾ ਸੱਚ, ਹਲਾਲ ਦੋਏ। ਦੂਜੇ ਨੰਬਰ ਤੇ ਆ ਜਿਹੜੀ ਬੇਈਮਾਨੀ ਵਾਲੀ ਹੈ ਨਾ, ਪਰਾਇਆ ਹੱਕ ਖਾਣ ਵਾਲੀ ਬਿਰਤੀ, ਮਹਾਰਾਜ ਕਹਿੰਦੇ ਹਲਾਲ ਦੀ, ਇਮਾਨਦਾਰੀ ਦੀ ਦੂਜੀ ਤੂੰ ਨਮਾਜ਼ ਬਣਾ। ਤੀਜੀ ਖੈਰ ਖੁਦਾਏ, ਤੇ ਤੀਜੀ ਨਮਾਜ਼ ਤੂੰ ਖੈਰ ਖੁਦਾਏ ਦੀ ਬਣਾ। ਖੈਰ ਖੁਦਾਏ ਦਾ ਭਾਵ ਜਿਵੇਂ ਆਪਾਂ ਰੋਜ਼ ਅਰਦਾਸ ਕਰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਕਹਿੰਦੇ ਸਭ ਦੀ ਖੁਦਾ ਕੋਲੋਂ ਖੈਰ ਮੰਗਣ ਦੀ ਅਰਦਾਸ ਬਣਾ। ਤੀਜੀ ਖੈਰ ਮੰਗਣ, ਸਭ ਦੀ ਖੈਰ ਮੰਗਿਆ ਕਰ। ਇਹ ਕੰਮ ਧਰਮੀ ਪੁਰਖਾਂ ਵਾਲਾ ਕੰਮ ਨਹੀਂ ਹੈ ਕਿ ਦੂਜਿਆਂ ਨੂੰ ਮਾਰਨ ਦੇ ਲਈ ਫਤਵੇ ਜਾਰੀ ਕਰਨੇ ਤੇ ਬੇਗੁਨਾਹਾਂ ਨੂੰ ਵੀ ਮਰਵਾਈ ਜਾਣਾ। ਇਹ ਫਿਰ ਕਾਹਦੀ ਸੱਚੇ ਮੁਸਲਮਾਨ ਵਾਲੀ ਗੱਲ ਹੋਈ। ਮਹਾਰਾਜ ਕਹਿੰਦੇ ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਚੌਥੇ ਨੰਬਰ ਤੇ ਮਹਾਰਾਜ ਕਹਿੰਦੇ ਚੌਥੀ ਨੀਅਤ ਰਾਸ ਮਨ, ਚੌਥੇ ਨੰਬਰ ਤੇ ਆਪਣੀ ਨੀਅਤ ਨੂੰ ਸਾਫ਼ ਬਣਾ। ਕਿਉਂਕਿ ਬਾਕੀ ਕੰਮ ਤਾਂ ਬੰਦਾ ਸਾਫ਼ ਤਰੀਕੇ ਦੇ ਨਾਲ ਤਾਂ ਹੀ ਕਰ ਸਕਦਾ ਜੇ ਪਹਿਲਾਂ ਨੀਅਤ ਸਾਫ਼ ਹੈ। ਤੇ ਜੇ ਨੀਅਤ ਸਾਫ਼ ਨਾ ਹੋਵੇ, ਕਈ ਵਾਰ ਸਾਡੇ ਘਰਾਂ 'ਚ ਵਾਧ ਘਾਟ ਹੋ ਜਾਂਦੀ, ਅਸੀਂ ਕਿਸੇ ਤੀਜੇ ਨੂੰ ਲਿਆਉਂਦੇ ਆ, ਜੀ ਤੁਸੀਂ ਆ ਕੇ ਤੇ ਸਾਡੇ ਘਰ ਦਾ ਨਿਬੇੜਾ ਕਰੋ। ਤੇ ਜਿਵੇਂ ਉਹ ਇੱਕ ਕਹਾਣੀ ਵੀ ਆ ਸਾਡੀ ਪੰਜਾਬੀ ਦੀ ਕਿ ਦੋ ਬਿੱਲੀਆਂ ਇੱਕ ਰੋਟੀ ਦੇ ਟੁਕੜੇ ਤੋਂ ਆਪਸ 'ਚ ਝਗੜ ਪਈਆਂ। ਹੁਣ ਉਹ ਜਦੋਂ ਇੱਕ ਪਾਸੇ ਵੱਧ ਗਿਆ ਟੁਕੜਾ, ਦੋ ਹਿੱਸੇ ਤੇ ਕਰ ਲਏ ਉਹਦੇ, ਪਰ ਇੱਕ ਵੱਡਾ ਲੱਗੇ ਇੱਕ ਛੋਟਾ ਲੱਗੇ। ਹੁਣ ਦੋਵੇਂ ਕਹਿਣ ਅਸੀਂ ਤੇ ਵੱਡਾ ਟੁਕੜਾ ਲੈਣਾ ਹੈ। ਉਹ ਫਿਰ ਉਹਦੇ ਲਈ ਬਾਂਦਰ ਨੂੰ ਸੱਦ ਲਿਆ ਗਿਆ, ਜੀ ਤੂੰ ਵਿੱਚ ਆ ਕੇ ਤੇ ਇਨਸਾਫ ਕਰਕੇ ਤੇ ਬਰਾਬਰ ਬਰਾਬਰ ਵੰਡ ਦੇ। ਉਹਨੂੰ ਜਿਹੜੇ ਪਾਸੇ ਵੱਡਾ ਲੱਗਿਆ ਉਹਨੇ ਉਸ ਪਾਸੇ ਦੀ ਬੁਰਕੀ ਆਪ ਤੋੜ ਕੇ ਖਾ ਲਈ। ਹੁਣ ਉਹ ਵੱਡੇ ਵਾਲਾ ਪਾਸਾ ਦੂਜੇ ਤੋਂ ਛੋਟਾ ਹੋ ਗਿਆ। ਫਿਰ ਗੱਲ ਉੱਥੇ ਹੀ ਆ ਗਈ, ਨਹੀਂ ਜੀ ਇਹ ਤੇ ਵੱਡਾ ਦੂਜਾ ਹੈ। ਉਹ ਕਰਦਿਆਂ ਕਰਦਿਆਂ ਕਹਾਣੀ ਇਹ ਕਹਿੰਦੀ ਆ ਕਿ ਉਹ ਸਾਰੇ ਦਾ ਸਾਰਾ ਦੋਵੇਂ ਹਿੱਸੇ ਹੀ ਬਾਂਦਰ ਖਾ ਕੇ ਆਓ ਜੀ, ਤੇ ਉਹ ਦੋਵੇਂ ਰਹਿ ਗਏ ਖਾਲੀ ਦੇ ਖਾਲੀ। ਇਸੇ ਤਰ੍ਹਾਂ ਘਰਾਂ ਪਰਿਵਾਰਾਂ 'ਚ ਵੀ ਅਕਸਰ ਕਈ ਵਾਰੀ ਹੁੰਦਾ ਹੈ, ਆਪਾਂ ਆਪਣੇ ਵੱਲੋਂ ਕਿਸੇ ਨੂੰ ਭਰੋਸਾ ਕਰਕੇ ਲੈ ਆਉਂਦੇ ਹਾਂ ਕਿ ਕੋਈ ਨਾ ਇਹ ਵਿੱਚ ਬਹਿ ਕੇ ਤੇ ਸਮਝੌਤਾ ਕਰਵਾ ਦੇਗਾ, ਤੇ ਜਿਹਨੂੰ ਅਸੀਂ ਵਿਸ਼ਵਾਸ ਕਰਕੇ ਲਿਆਂਦਾ ਹੁੰਦਾ ਹੈ ਉਹ ਅੱਗੋਂ ਮਾੜੀ ਨੀਅਤ ਹੁੰਦੀ ਹੈ ਉਹਦੀ। ਉਹ ਗੱਲ ਸਵਾਰਨ ਦੀ ਬਜਾਏ ਹੋਰ ਇੰਨੀ ਜ਼ਿਆਦਾ ਵਿਗਾੜ ਦਿੰਦਾ ਹੈ ਕਿ ਬਾਅਦ 'ਚ ਆਪਣੇ ਕੋਲੋਂ ਵੀ ਸਬਰਨੀ ਔਖੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਨੀਅਤ ਅੰਦਰ ਖੋਟ ਸੀ, ਮਨ ਬੇਈਮਾਨ ਸੀ। ਤੇ ਮਨ ਤੋਂ ਤੇ ਸਾਰੀ ਬਾਹਰ ਦੀ ਖੇਡ ਆਰੰਭ ਹੋਣੀ ਹੈ। ਜੇ ਮਨ ਅੰਦਰ ਖੋਟ ਹੈ ਤੇ ਬੰਦਾ ਤਨ ਕਰਕੇ ਚੰਗੇ ਕੰਮ ਕਿੱਦਾਂ ਕਰੇਗਾ? ਜਿਹਦੇ ਮਨ ਅੰਦਰ ਬੇਈਮਾਨੀ ਹੈ
ਜਿਹਦੇ ਮਨ ਅੰਦਰ ਈਰਖਾ ਹੈ, ਕਪਟ ਹੈ, ਉਹਦੇ ਤੋਂ ਅਸੀਂ ਕਿੱਦਾਂ ਆਸ ਕਰ ਸਕਦੇ ਹਾਂ ਕਿ ਬਾਹਰੋਂ ਈਮਾਨ ਵਾਲੇ ਚੰਗੇ ਕਰਮ ਕਰੇਗਾ। ਹੁਣ ਸਾਡੇ ਰਾਜਨੀਤਿਕ ਲੀਡਰ ਹੀ ਹਨ, ਮਨ ਅੰਦਰ ਬੇਈਮਾਨੀ ਹੁੰਦੀ ਹੈ। ਅਸੀਂ ਲੋਕ ਭੋਲੇ ਭਾਲੇ ਬਾਹਰੋਂ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ, ਪਰ ਉਹ ਵਕਤ ਪਾ ਕੇ ਆਪਣੀ ਬੇਈਮਾਨੀ ਕਰ ਹੀ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਾਜੀ ਜੀ ਪਹਿਲੀ ਸੱਚ ਦੀ ਨਮਾਜ਼ ਬਣਾਓ, ਦੂਜੀ ਹਲਾਲ ਦੀ, ਤੀਜੇ ਨੰਬਰ 'ਤੇ ਖੈਰ ਖੁਦਾਏ ਸਰਬੱਤ ਦਾ ਭਲਾ ਸਭ ਦੀ ਖੈਰ ਮੰਗਣਾ, ਤੀਜੀ ਇਹ ਨਮਾਜ਼, ਚੌਥੇ ਨੰਬਰ 'ਤੇ ਨੀਅਤ ਨੂੰ ਸਾਫ਼ ਰੱਖਣਾ, ਆਪਣੀ ਨੀਅਤ ਨੂੰ ਸਾਫ਼ ਰੱਖੋ, ਇਹੀ ਤੁਹਾਡੇ ਲਈ ਚੌਥੀ ਨਮਾਜ਼ ਹੈ। ਔਰ ਪੰਜਵੀਂ ਸਿਫਤ ਸੁਣਾਏ, ਪੰਜਵੇਂ ਨੰਬਰ 'ਤੇ ਖੁਦਾ ਦੀ ਸਿਫਤ ਸਲਾਹ ਦੇ ਨਾਲ ਜੁੜੋ, ਹਰ ਵਕਤ ਸਿਫਤ ਸਲਾਹ ਕਰਨੀ ਤੇ ਸੁਣਨੀ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਚੰਗੀ ਕਰਨੀ ਨੂੰ ਕਲਮਾ ਬਣਾਓ, ਚੰਗੀ ਕਰਨੀ ਨੂੰ। ਤੇ ਜਦੋਂ ਤੁਹਾਡੀ ਕਰਨੀ ਚੰਗੀ ਹੋਏਗੀ, ਜੀਵਨ 'ਚ ਖੁਦਾ ਦੀ ਸਿਫਤ ਹੋਏਗੀ, ਮਨ 'ਚ ਈਮਾਨ ਹੈ, ਸੱਚਾਈ ਹੈ, ਔਰ ਸਭ ਦਾ ਭਲਾ ਮੰਗਣ ਵਾਲੀ ਤੁਹਾਡੀ ਬਿਰਤੀ ਹੈ, ਸਾਰੇ ਗੁਣ ਜਦੋਂ ਤੁਹਾਡੇ ਜੀਵਨ 'ਚ ਹੋਏ ਤੇ ਫਿਰ ਹੋ ਤੁਸੀਂ ਐਨ ਸੱਚੇ ਤੇ ਖਰੇ ਮੁਸਲਮਾਨ, ਤੇ ਫਿਰ ਤੇ ਤੁਹਾਡੇ ਲਈ ਖੁਦਾ ਹਰ ਜਗ੍ਹਾ ਤੇ ਹਾਜ਼ਰ ਹੈ, ਹਰ ਜਗ੍ਹਾ ਤੇ। ਤੇ ਜੇ ਮਨ ਅੰਦਰ ਕਪਟ ਹੈ, ਮਨ ਅੰਦਰ ਲਾਲਚ ਹੈ, ਮਨ ਅੰਦਰ ਬੇਭਰੋਸੇ ਵਾਲੀ ਬਿਰਤੀ ਹੈ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਹੱਜ ਕਰਨ ਦੇ ਲਈ ਕਾਬੇ ਵੀ ਚਲਿਆ ਜਾਵੇਂ ਤੇ ਖੁਦਾ ਦੇ ਦਰਸ਼ਨ ਤੂੰ ਉੱਥੇ ਵੀ ਨਹੀਂ ਕਰ ਸਕਦਾ, ਕਿਉਂਕਿ ਖੁਦਾ ਤੇ ਭਰੋਸਾ ਹੀ ਨਹੀਂ ਹੈ। ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਸਬਰ ਤੋਂ ਬਿਨਾ, ਭਰੋਸੇ ਤੋਂ ਬਿਨਾ, ਸੰਤੋਖ ਤੋਂ ਬਿਨਾ, ਕਹਿੰਦੇ ਕਿਆ ਹੱਜ ਕਾਬੇ ਜਾਏ, ਕੀ ਤੂੰ ਹੱਜ ਦੇ ਲਈ ਕਾਬੇ ਜਾਣਾ ਹੈ। ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ, ਜਿਹਦਾ ਦਿਲ ਹੀ ਸਾਬਤ ਨਹੀਂ ਹੈ, ਦਿਲ ਸਾਬਤ ਨਹੀਂ ਦਾ ਭਾਵ ਜਿਹਦੇ ਮਨ ਅੰਦਰ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਜਿਹਦੇ ਅੰਦਰ ਸ਼ਾਂਤੀ ਨਹੀਂ ਹੈ, ਅਡੋਲਤਾ ਨਹੀਂ ਹੈ, ਤਾਂ ਕੋ ਕਹਾਂ ਖੁਦਾਏ, ਉਹਦੇ ਲਈ ਤੇ ਰੱਬ ਕਿਸੇ ਥਾਂ ਤੇ ਵੀ ਨਹੀਂ ਹੈ। ਜਿਹਦੇ ਮਨ ਅੰਦਰ ਭਰੋਸਾ ਆ ਗਿਆ, ਫਿਰ ਤੇ ਰਾਮ ਰਹੀਮ ਔਰ ਅੱਲਾ ਕਿਆ ਸਮਝ ਪੜੀ ਤੋ ਰੌਲਾ ਕਿਆ, ਜਿਹਨੂੰ ਸਮਝ ਪੈ ਗਈ ਉਹਦੇ ਜੀਵਨ 'ਚ ਤਾਂ ਕੋਈ ਰੌਲਾ ਨਹੀਂ, ਤੇ ਜਿਹਨੂੰ ਸਮਝ ਨਹੀਂ ਹੈ ਉਹ ਫਿਰ ਜਿਹਦੇ ਮਨ 'ਚ ਇਹ ਵਿਸ਼ਵਾਸ ਨਹੀਂ ਹੈ ਕਿ ਮਾਲਕ ਹੈ ਜਾਂ ਮਾਲਕ ਹਰ ਜਗ੍ਹਾ ਤੇ ਹੈ, ਉਹ ਕਿਸੇ ਧਰਮ ਕੇਂਦਰ ਦੇ ਵਿੱਚ ਵੀ ਚਲਿਆ ਜਾਵੇ, ਹਾਂ ਕੇਂਦਰ ਦੇ ਨਾਲ ਤੇ ਹੋ ਸਕਦਾ ਜੁੜ ਜਾਏ, ਪਰ ਧਰਮ ਤੇ ਖੁਦਾ ਤੇ ਪਰਮੇਸ਼ਰ ਦੇ ਨਾਲ ਨਹੀਂ। ਸੋ ਮਹਾਰਾਜ ਇਸ ਸ਼ਲੋਕ ਰਾਹੀਂ ਕਬੀਰ ਸਾਹਿਬ ਕਹਿੰਦੇ ਹਿਰਦੇ 'ਚ ਪਰਮਾਤਮਾ ਖੁਦਾ ਦਾ ਭਰੋਸਾ ਬਣਾ, ਜੇ ਤੇਰੇ ਅੰਦਰ ਖੁਦਾ ਪ੍ਰਤੀ ਭਰੋਸਾ ਬਣ ਗਿਆ ਫਿਰ ਤੇਰੇ ਲਈ ਹਰ ਜਗ੍ਹਾ ਤੇ ਖੁਦਾ ਹੈ, ਮਾਲਕ ਹੈ। ਕਬੀਰ ਅੱਲਾ ਕੀ ਕਰ ਬੰਦਗੀ ਜਿਸ ਸਿਮਰਤ ਦੁੱਖ ਜਾਏ, ਕਹਿੰਦੇ ਖੁਦਾ ਦੀ ਅੱਲਾ ਦੀ ਬੰਦਗੀ ਇਬਾਦਤ ਕਰ, ਜਿਹੜੀ ਇਬਾਦਤ ਬੰਦਗੀ ਸਿਮਰਨ ਸਦਕਾ ਦੁੱਖ ਜਾਏ, ਜੀਵਨ 'ਚੋਂ ਸਾਰੇ ਦੇ ਸਾਰੇ ਦੁੱਖ ਖਤਮ ਹੋਣੇ ਹਨ। ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ, ਕਹਿੰਦੇ ਜਦੋਂ ਹਿਰਦੇ 'ਚੋਂ ਪਰਮਾਤਮਾ ਖੁਦਾ ਨਿਰੰਕਾਰ ਪ੍ਰਗਟ ਹੋ ਗਿਆ ਤੇ ਫਿਰ ਜਿਹੜੀ ਅੰਦਰ ਅੱਗ ਬਲ ਰਹੀ ਹੈ ਨਾ ਵਿਸ਼ਿਆਂ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਈਰਖਾ ਦੀ, ਕਪਟ ਦੀ, ਉਹ ਪਰਮਾਤਮਾ ਦੇ ਨਾਮ ਦੀ ਬਰਕਤ, ਖੁਦਾ ਦੀ ਇਬਾਦਤ ਬੰਦਗੀ ਦੀ ਬਰਕਤ ਸਦਕਾ ਤੇਰੇ ਅੰਦਰ ਬਲਦੀ ਹੋਈ ਉਹ ਅੱਗ ਬੁਝ ਜਾਏਗੀ। ਭਾਹੇ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ, ਜਿਨੇ ਸਾਰੀ ਕੁਦਰਤ ਕਾਇਨਾਤ ਨੂੰ ਸਿਰਜਿਆ ਹੈ ਸੋ ਪ੍ਰਭ ਜਾਪ। ਜਦੋਂ ਉਸ ਮਾਲਕ ਨੂੰ ਜਪਾਂਗੇ ਫਿਰ ਅੰਦਰ ਸ਼ਾਂਤੀ, ਸ਼ਾਂਤ ਸਹਿਜ ਰਹਿਸ ਮਨ ਉਪਜੈ, ਅੰਦਰ ਇਹ ਸਾਰੇ ਦੇ ਸਾਰੇ ਗੁਣ ਆਉਣਗੇ ਤੇ ਦੁੱਖ ਜੀਵਨ 'ਚੋਂ ਖਤਮ ਹੋਏਗਾ। ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾਉ ਹਲਾਲ, ਕਬੀਰ ਸਾਹਿਬ ਕਹਿੰਦੇ ਜਿਹੜਾ ਕੰਮ ਤੂੰ ਜ਼ੋਰ ਜ਼ਬਰਦਸਤੀ ਕਰ ਰਿਹਾ ਹੈ ਨਾ, ਇਹ ਅਸਲ 'ਚ ਜ਼ੁਲਮ ਹੈ। ਪਰ ਹੇ ਕਾਜੀ, ਹੇ ਮੁੱਲਾ, ਤੂੰ ਆਪਣੇ ਜ਼ੋਰ ਜ਼ਬਰਦਸਤੀ ਵਾਲੇ ਕਰਮ ਨੂੰ ਵੀ ਹਲਾਲ ਦਾ ਨਾਮ ਦਿੱਤਾ ਹੈ ਕਿ ਜੀ ਮੈਂ ਵੇਖੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰ ਰਿਹਾ ਹਾਂ, ਕਾਨੂੰਨ 'ਚ ਰਹਿ ਕੇ ਕੰਮ ਕਰ ਰਿਹਾ ਹਾਂ। ਉਚੇਚੇ ਤੌਰ 'ਤੇ ਜਿਵੇਂ ਇਹ ਖਾਸ ਤੌਰ 'ਤੇ ਇਸਲਾਮ ਮਤ ਅੰਦਰ ਹੀ ਕਈ ਈਦਾਂ ਸਾਲ 'ਚ ਉਹਨਾਂ ਦੀਆਂ ਆਉਂਦੀਆਂ ਨੇ, ਪਰ ਇੱਕ ਹੈ ਈਦ ਬਕਰੀਦ, ਜਿਸ ਦਿਨ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ, ਬੱਕਰਾ ਕੱਟਿਆ ਜਾਂਦਾ ਹੈ। ਤੇ ਹੁਣ
ਬਲੀ ਦਿੰਦੇ ਹਨ ਇੱਕ ਜੀਵ ਦੀ, ਪਤਾ ਨਹੀਂ ਕਿੰਨੇ ਬੱਕਰੇ, ਕਿੰਨੇ ਮੁਸਲਮਾਨ ਹਨ ਅਰਬਾਂ ਦੀ ਗਿਣਤੀ ਧਰਤੀ, ਤੇ ਕਿੰਨੇ ਬੱਕਰੇ ਉਹ ਮਾਰਦੇ ਨੇ ਇੱਕੋ ਦਿਨ ਧਰਮ ਦੇ ਨਾਂ ਤੇ। ਹੁਣ ਇਸੇ ਤਰ੍ਹਾਂ ਸਤ ਕਬੀਰ ਸਾਹਿਬ ਨੇ ਪੰਡਤ ਨੂੰ ਵੀ ਕਿਹਾ, ਕਿਉਂਕਿ ਉਹ ਲੋਕ ਵੀ ਬਲੀ ਦੇ ਨਾਮ ਤੇ ਜਾਨਵਰਾਂ ਨੂੰ ਮਾਰਦੇ ਸਨ, ਘੋੜਿਆਂ ਦੀ ਬਲੀ ਤੇ ਹੋਰ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਸੀ। ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਸੀ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਜੇ ਜੀਵਾਂ ਨੂੰ ਮਾਰਨਾ ਧਰਮ ਦਾ ਕਰਮ ਹੈ ਤੇ ਜੀਵ ਦਾ ਸਿਰ ਧੜ ਤੋਂ ਵੱਖ ਕਰਨ ਵਾਲਾ ਇੱਕ ਧਰਮੀ ਬੰਦਾ ਹੈ। ਤੇ ਕਬੀਰ ਸਾਹਿਬ ਕਹਿੰਦੇ, ਪੰਡਤ ਜੀ, ਕਾਜੀ ਜੀ, ਬਸ ਮੈਨੂੰ ਇਹ ਕਸਾਈ ਦੀ ਪਰਿਭਾਸ਼ਾ ਦੇ ਦੇਵੋ ਕਿ ਕਸਾਈ ਕਿਹਨੂੰ ਕਹਿੰਦੇ ਹਨ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਆਪਣੇ ਆਪ ਨੂੰ ਤੇ ਤੁਸੀਂ ਮੁਨੀ ਧਰਮੀ ਅਖਵਾਉਂਦੇ ਹੋ ਤੇ ਜੀਵਾਂ ਦੀਆਂ ਬਲੀਆਂ ਦੇ ਰਹੇ, ਉਹਨਾਂ ਦੇ ਸਿਰ ਧੜ ਤੋਂ ਵੱਖ ਕਰ ਰਹੇ ਜੇ ਇੱਦਾਂ ਮਾਰਨਾ ਧਰਮ ਹੈ ਤੇ ਫਿਰ ਕਸਾਈ ਦੀ ਉਦਾਹਰਣ ਕੀ, ਪਰਿਭਾਸ਼ਾ ਕੀ ਹੋਵੇਗੀ, ਕਾਕੋ ਕਹੋ ਕਸਾਈ। ਇਸੇ ਤਰ੍ਹਾਂ ਉਹ ਵੀ ਧਰਮ ਦਾ ਨਾਮ ਲੈ ਕੇ ਬਲੀ ਦਿੰਦੇ ਹਨ। ਔਰ ਵੇਖੋ ਬਹੁਤ ਚੀਜ਼ਾਂ ਸਾਡੇ ਅੰਦਰ ਵੀ ਆ ਚੁੱਕੀਆਂ, ਕਈ ਇਹ ਵੀ ਤਰਕ ਕਰਦੇ ਜੀ ਹਜ਼ੂਰ ਸਾਹਿਬ ਆਦਿਕ ਵੀ ਇਹ ਚੀਜ਼ਾਂ ਹੁੰਦੀਆਂ। ਹੁਣ ਉਹ ਅਸਲ 'ਚ ਗੁਰਮਤਿ ਰੀਤਾਂ ਨਹੀਂ ਹਨ, ਉਹ ਇਲਾਕਾ ਐਸਾ ਸੀ, ਵੇਖਾ ਵੇਖੀ ਕਈ ਪਰੰਪਰਾਵਾਂ ਐਸੀਆਂ ਉੱਥੇ ਚੱਲ ਗਈਆਂ ਜਿਹੜੀਆਂ ਅੱਜ ਚਾਹੁੰਦਿਆਂ ਹੋਇਆਂ ਵੀ ਹਟਾਉਣੀਆਂ ਬੜੀਆਂ ਔਖੀਆਂ ਨੇ, ਕਿਉਂਕਿ ਉਹ ਲੋਕ ਇੰਨੇ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਸੱਚ ਮੰਨ ਕੇ ਬੈਠੇ ਨੇ। ਜੇ ਕੋਈ ਉਸ ਵਿਰੁੱਧ ਬੋਲਦਾ ਹੈ ਤੇ ਉਹਨੂੰ ਹੀ ਮਾਰਨ ਤੇ ਉਤਰ ਆਉਂਦੇ ਹਨ। ਪਰੰਪਰਾਵਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਮਨ 'ਚ ਬਹਿ ਗਿਆ, ਹਾਲਾਂਕਿ ਗੁਰਬਾਣੀ ਦੇ ਨਜ਼ਰੀਏ ਤੋਂ ਇਹ ਕੰਮ ਬਿਲਕੁਲ ਗਲਤ ਹੈ। ਮਹਾਰਾਜ ਕਹਿੰਦੇ, ਤੂੰ ਬਕਰੀਦ ਤੇ ਵੇਖ ਕਿੰਨਿਆਂ ਜੀਵਾਂ ਦਾ, ਬੱਕਰਿਆਂ ਦਾ ਕਤਲ ਕਰਦਾ ਔਰ ਕਹਿਤਾ ਨਾਉ ਹਲਾਲ। ਕਹਿੰਦੇ ਹੋ ਅਸੀਂ ਧਰਮ ਦਾ ਕਰਮ ਕਰ ਰਹੇ ਹਾਂ। ਤੇ ਗੱਲ ਕੇਵਲ ਉਸੇ ਦੀ ਨਹੀਂ ਹੈ, ਉਹਦੇ ਤੋਂ ਬਿਨਾਂ ਵੀ ਜਿਵੇਂ ਇਹ ਕਾਜੀ ਸ਼ਾਹੀ ਦਰਬਾਰਾਂ 'ਚ ਬਹਿ ਕੇ ਤੇ ਪਤਾ ਨਹੀਂ ਕਿੰਨਿਆਂ ਨੂੰ ਮਰਵਾਉਂਦਾ ਸੀ ਤੇ ਕਹਿ ਦੇਣਾ ਜੀ ਸਾਰਾ ਕੁਝ ਕਾਨੂੰਨੀ ਤਰੀਕੇ ਦੇ ਨਾਲ ਹੀ ਕਰ ਰਹੇ ਹਾਂ, ਸਾਰਾ ਕੁਝ ਕਾਨੂੰਨੀ ਤਰੀਕੇ ਦੇ ਨਾਲ, ਜਾਂ ਆਪਣੇ ਧਰਮ ਦੀ ਖਾਤਰ ਕਰ ਰਹੇ। ਪਿੱਛੇ ਵੀ ਇੱਕ ਦਿਨ ਆਪਾਂ ਵਿਚਾਰ ਕੀਤੀ ਸੀ, ਵਜ਼ੀਰ ਖਾਨ ਵੀ ਕਹਿੰਦਾ ਹੈ ਕਿ ਮੈਂ ਤਾਂ ਜੀ ਵੇਖੋ ਆਪਣੇ ਧਰਮ ਇਸਲਾਮ ਦੇ ਲਈ ਕਰ ਰਿਹਾ। ਔਰੰਗਜ਼ੇਬ ਕਸ਼ਮੀਰ 'ਚ ਖੂਨ ਦੀਆਂ ਨਦੀਆਂ ਵਹਾਉਂਦਾ ਹੈ ਤੇ ਦਾਅਵਾ ਕੀ ਕਰਦਾ ਹੈ, ਮੈਂ ਤਾਂ ਸਾਰਾ ਕੁਝ ਇਸਲਾਮ ਦੇ ਵਾਧੇ ਦੇ ਲਈ ਕਰ ਰਿਹਾ। ਪਰ ਕੋਈ ਧਰਮ ਇਹ ਚੀਜ਼ ਨਹੀਂ ਸਿਖਾਉਂਦਾ ਹੈ ਕਿ ਦੂਜਿਆਂ ਦੇ ਖੂਨ ਦੀਆਂ ਨਦੀਆਂ ਵਹਾ ਕੇ ਤੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਲਿਆਓ। ਗੁਰੂ ਮਹਾਰਾਜ ਨੇ ਇਹ ਬਚਨ ਵੀ ਕਹੇ ਸਨ ਗੁਰੂ ਤੇਗ ਬਹਾਦਰ ਨੇ ਕਾਜੀ ਨੂੰ, ਜਦੋਂ ਕਾਜੀ ਫਤਵਾ ਜਾਰੀ ਕਰਦਾ ਹੈ ਸਿਰ ਧੜ ਤੋਂ ਵੱਖ ਕਰੋ, ਜਾਂ ਸਿੱਖਾਂ ਦੀਆਂ ਸ਼ਹਾਦਤਾਂ ਦੇ ਫਤਵੇ ਜਾਰੀ ਹੋ ਗਏ, ਮਹਾਰਾਜ ਕਹਿਣ ਲੱਗੇ, ਜਾ ਕੇ ਆਖ ਔਰੰਗੇ ਨੂੰ ਭਲੇ ਲੋਕਾ, ਜਿਹਨੂੰ ਜਿੱਤਣਾ ਜਿੱਤ ਪਿਆਰ ਦੇ ਨਾਲ ਕਰ, ਤੂੰ ਆਪਣੇ ਇਸਲਾਮ ਦਾ ਪ੍ਰਸਾਰ ਪ੍ਰਚਾਰ, ਆਪਣੇ ਧਰਮ ਦੀਆਂ ਖੂਬੀਆਂ ਦੱਸ, ਲੋਕ ਆਪਣੇ ਆਪ ਇਸਲਾਮ ਨੂੰ ਕਬੂਲ ਕਰਨ। ਧੰਨ ਬਾਬਾ ਫਰੀਦ ਸਾਹਿਬ ਵੀ ਸਾਰੀ ਜ਼ਿੰਦਗੀ ਇਸਲਾਮ ਦਾ ਪ੍ਰਸਾਰ ਤੇ ਪ੍ਰਚਾਰ ਕਰਦੇ ਰਹੇ ਤੇ ਸਿਆਣੇ ਸੂਝਵਾਨ ਤਤ ਬੇਤਾ ਇਹ ਕਹਿੰਦੇ ਹਨ ਕਿ ਉਹਨੇ ਲੋਕਾਂ ਨੂੰ ਔਰੰਗਜ਼ੇਬ ਆਪਣੀ ਤਲਵਾਰ ਦੇ ਨਾਲ ਇਸਲਾਮ 'ਚ ਨਹੀਂ ਲਿਆ ਸਕਿਆ ਜਿਨ੍ਹਾਂ ਨੂੰ ਬਾਬਾ ਫਰੀਦ ਸਾਹਿਬ ਨੇ ਆਪਣੇ ਮਿੱਠੇ ਬੋਲਾਂ ਦੇ ਨਾਲ ਇਸਲਾਮ 'ਚ ਲਿਆਂਦਾ ਸੀ, ਇਸਲਾਮ 'ਚ ਲਿਆਂਦਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜਾ ਕੇ ਆਖ ਔਰੰਗੇ ਨੂੰ ਭਲੇ ਲੋਗਾ, ਜਿਹਨੂੰ ਜਿੱਤਣਾ ਜਿੱਤ ਪਿਆਰ ਦੇ ਨਾਲ। ਕਦੋਂ ਆਖਦੀ ਜਾਂ ਕਿੱਥੇ ਆਖਦੀ, ਕੁਰਾਨ ਹਿੰਦੂਆਂ ਨੂੰ ਮੁਸਲਮਾਨ ਬਣਾਓ ਤਲਵਾਰ ਦੇ ਨਾਲ। ਕਿੱਥੇ ਆ ਤੁਹਾਡੇ ਧਰਮ ਗ੍ਰੰਥ ਅੰਦਰ ਇਹ ਬੋਲ ਲਿਖੇ ਹੋਏ ਕਿ ਦੂਜੇ ਨੂੰ ਆਪਣੇ ਧਰਮ 'ਚ ਲਿਆਉਣ ਦੇ ਲਈ ਤਲਵਾਰ ਵਰਤੋ। ਪਰ ਔਰੰਗਜ਼ੇਬ ਵਰਗੇ ਜ਼ੁਲਮ ਕਰਦੇ ਕਾਜੀ ਲੋਕ ਉਹਨਾਂ ਦੇ ਜ਼ੁਲਮ ਦੇ ਵਿੱਚ ਸ਼ਾਮਲ ਔਰ ਕਹਤੇ ਨਾਉ ਹਲਾਲ, ਦਾਵਾ ਇਹ ਕਰਦੇ ਜੀ ਅਸੀਂ ਤੇ ਹਲਾਲ ਕਰਮ ਕਰ ਰਹੇ, ਕਾਨੂੰਨੀ ਕਰਮ ਕਰ ਰਹੇ, ਧਰਮ ਕਰਮ ਕਰ ਰਹੇ। ਮਹਾਰਾਜ ਕਹਿੰਦੇ ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗੋ ਕੌਣ ਹਵਾਲ। ਚੇਤਾ ਰੱਖਿਓ ਜਦੋਂ ਖੁਦਾ ਦੇ ਘਰ ਕੀਤਿਆਂ ਕਰਮਾਂ ਦਾ ਲੇਖਾ ਦੇਣ ਦਾ ਵਕਤ ਆਇਆ ਤੇ ਲੇਖਾ ਮੰਗਿਆ ਗਿਆ ਤੇ ਫਿਰ ਵੇਖਿਓ ਤੁਹਾਡਾ ਹਾਲ ਕੀ ਬਣਦਾ ਜਿਹੜੇ ਧਰਮ ਦੀ ਥਾਂ ਤੇ ਪਾਪ ਤੇ ਜ਼ੁਲਮ ਵਰਤਾਉਂਦੇ ਪਏ ਹੋ। ਇਸ ਕਰਕੇ ਉਹ ਕਹਿੰਦੇ ਐਵੇਂ ਜ਼ੋਰ ਜ਼ਬਰਦਸਤੀ ਕਰਕੇ ਬੇਈਮਾਨੀ ਦੀ ਖਾਣ ਨਾਲੋਂ ਦੂਜਿਆਂ ਦਾ ਖੂਨ ਆਪਣੇ ਚਸਕਿਆਂ ਦੀ ਖਾਤਰ ਪੀਣ ਨਾਲੋਂ ਚੰਗਾ ਹੈ ਕਿ ਬੰਦਾ ਸਧਾਰਨ ਖਾ ਕੇ ਈਮਾਨ ਦੇ ਨਾਲ ਜੀਵਨ ਬਤੀਤ ਕਰੇ। ਕਬੀਰ ਖੂਬ ਖਾਨਾ ਖੀਚਰੀ
ਜਾਮੈ ਅੰਮ੍ਰਿਤ ਲੋਨ। ਉਹ ਕਹਿੰਦੇ ਮਾਸ ਖਾਣ ਨਾਲੋਂ, ਧਰਮ ਦਾ ਨਾਮ ਵਰਤ ਕੇ ਬੱਕਰੇ ਵੱਢ ਕੇ ਉਹਦਾ ਮਾਸ ਖਾਣ ਨਾਲੋਂ ਬਿਹਤਰ ਹੈ ਕਿ ਬੰਦਾ ਸਧਾਰਨ ਖਿਚੜੀ ਖਾ ਕੇ ਗੁਜ਼ਾਰਾ ਕਰ ਲਵੇ, ਜਿਹਦੇ 'ਚ ਭਾਵੇਂ ਹੋਰ ਕੁਝ ਵੀ ਨਾ ਪਿਆ ਹੋਵੇ, ਇਕੱਲਾ ਨਮਕ ਹੀ ਹੋਵੇ। ਭਾਵ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੇਈਮਾਨੀ ਦੇ ਪਦਾਰਥ ਹਨ, ਬੇਈਮਾਨੀ ਦੀ ਕਮਾਈ ਖਾਣ ਨਾਲੋਂ ਚੰਗਾ ਹੈ ਬੰਦਾ ਰੁੱਖੀ ਮਿੱਸੀ ਖਾ ਲਵੇ, ਪਰ ਹੋਵੇ ਉਹ ਈਮਾਨ ਵਾਲੀ, ਹੋਵੇ ਉਹ ਈਮਾਨ ਵਾਲੀ। ਕਬੀਰ ਖੂਬ ਖਾਨਾ ਖੀਚਰੀ, ਜਾਮੈ ਅੰਮ੍ਰਿਤ ਲੋਨ। ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ। ਕਹਿੰਦੇ ਆਪਣੇ ਸਵਾਰਥ ਦੇ ਲਈ, ਆਪਣੇ ਜ਼ੁਬਾਨ ਦੇ ਚਸਕੇ ਦੇ ਲਈ ਮਾਸ ਆਪ ਖਾਣਾ ਤੇ ਗਲਾ ਕੋਈ ਹੋਰ ਕਟਵਾਏ, ਇਹ ਗੱਲ ਥੋੜ੍ਹਾ ਬਣਦੀ ਹੈ। ਜਾਂ ਅੱਜ ਦੇ ਚਸਕਿਆਂ ਦੀ ਖਾਤਰ ਕੱਲ੍ਹ ਨੂੰ ਜਦੋਂ ਲੇਖਾ ਦੇਣ ਦਾ ਵਕਤ ਆਉਣਾ ਹੈ ਤੇ ਉੱਥੇ ਦੁੱਖ ਸਹਿਣਾ ਪਵੇ, ਇਹਦੇ ਨਾਲੋਂ ਚੰਗਾ ਇਹ ਹੈ ਕਿ ਅਸੀਂ ਅੱਜ ਹੀ ਈਮਾਨ ਸਹਿਤ ਧਰਮ ਕਰਮ ਕਰੀਏ। ਧਰਮ ਦੇ ਨਾਂ 'ਤੇ ਬੇਈਮਾਨੀ ਕਰਨ ਦੀ ਬਜਾਏ ਸੱਚੇ ਸੁੱਚੇ ਧਰਮ ਦੇ ਧਾਰਨੀ ਬਣੀਏ, ਸੱਚ ਦੇ ਧਾਰਨੀ ਬਣੀਏ। ਇੱਕ ਸੱਚੇ ਮੁਸਲਮਾਨ ਬਣ ਕੇ ਜੇ ਜੀਵਨ ਮੁਸਲਮਾਨ ਤੂੰ ਬਤੀਤ ਕਰੇ ਤੇ ਫਿਰ ਕੋਈ ਲੇਖਾ ਨਹੀਂ ਦੇਣਾ ਪਵੇਗਾ, ਕਿ ਜਿਹੜਾ ਸੱਚੇ ਧਰਮ ਦਾ ਧਾਰਨੀ ਬਣ ਗਿਆ, ਧਰਮ ਦੇ ਬੇਸਿਕ ਗੁਣ, ਮੂਲ ਗੁਣ, ਜਿਨੇ ਹਰ ਕੋ ਨਾਮ ਜਪ, ਨਿਰਮਲ ਕਰਮ, ਇਹ ਚੀਜ਼ ਜਿਹਨੇ ਆਪਣੇ ਜੀਵਨ ਅੰਦਰ ਅਪਣਾ ਲਈ, ਉਹ ਤਾਂ ਫਿਰ ਲੇਖੇ ਬਾਹਰਾ ਹੈ। ਤੇ ਜਿਹੜਾ ਬਾਹਰੋਂ ਧਰਮ ਤੇ ਅੰਦਰੋਂ ਪਾਪ, ਬਾਹਰੋਂ ਧਰਮ ਤੇ ਅੰਦਰੋਂ ਅਧਰਮੀ ਧਾਰ ਕੇ ਬੈਠਾ ਹੈ, ਉਹਦੇ ਲਈ ਤੇ ਫਿਰ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਭਾਵੇਂ ਇਹ ਸਾਰੇ 5 ਸ਼ਲੋਕ ਕਬੀਰ ਸਾਹਿਬ ਨੇ ਕਾਜੀ ਮੁਲਾਣਿਆਂ ਨੂੰ ਸੰਬੋਧਨ ਕਰਦਿਆਂ ਉਪਦੇਸ਼ ਦਿੱਤੇ ਨੇ, ਪਰ ਉਪਦੇਸ਼ ਸਾਡੇ ਲਈ ਹੈ। ਸੱਚ ਦੇ, ਧਰਮ ਦੇ, ਚੰਗੇ ਗੁਣਾਂ ਦੇ ਧਾਰਨੀ ਅਸੀਂ ਬਣਨਾ ਹੈ, ਤਾਂ ਕਿ ਜੀਵਨ ਸਫਲਾ ਸਕਾਰਤ ਵੀ ਬਣੇ ਔਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਵੀ ਬਣੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।